लोभन मह लोभी लोभायो, त्यों हर रंग रचे ज्ञानी। हर जन को इही सुहावो, हर जन को इही सुहावा। पेख निकट कर सेवा सतगुर, हर कीर्तन ही तृप्तावै। रहाओ अमलन सो अमली लपटायो, पूमन पूम प्यारी। खीर संग बारक है लीना, प्रभ संत ऐसे हितकारी। विद्या मह विद्यंसी रचया, नैन देख सुख पावै। जैसे रसना साध लुभानी, त्यों हर जन हर गुण गावै। जैसी भूख तैसी का पूरक, सगल कटा का स्वामी। नानक प्यास लगी दर्शन की, प्रभ मिलया अंतर जामी। जैसी भूख तैसी का पूरक, सगल कटा का स्वामी। नानक प्यास लगी दर्शन की, प्रभ मिलया अंतर जामी। वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। एक मन पुरख त्याई बरदाता, संत सहार सदा बिख्याता। तास चरण लै हृदय बसावो, तो परम गुरु नानक गुण गावो। नानक नाम निरंजन जानियो, कीनी भगत प्रेम लेवलाई। तांते अंगद अंग संग भयो सार, शब्द सुरत कीनी वर खाई। गुर अमरदास की अकथ कथा है, एक जी कश कही न जाई। सोडी श्रेष्ठ सकल तारन को, अब गुरु रामदास को मिली बड़ाई। सोडी श्रेष्ठ सकल तारन को, अब गुरु रामदास को मिली बड़ाई। तन तन श्री गुरु ग्रंथ साहिब सच्चे पातशाह महाराज जी दे
ਪਾਵਨ ਪਵਿੱਤਰ ਦਰਬਾਰ ਵਿੱਚ ਬੈਠੇ ਹੋਏ ਸਤਸੰਗੀ ਜਨੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਭ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚੋਂ ਜੋ ਅੱਜ ਦਾ ਪਾਵਨ ਮੁੱਖ ਵਾਕ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 613 ਤੇ ਸੋਭਾਇਮਾਨ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਵਿੱਚ ਜੋ ਸਾਡੇ ਸੰਸਾਰੀ ਲੋਕਾਂ ਨੂੰ ਉਪਦੇਸ਼ ਕਰਦੇ ਹਨ ਤਾਂ ਕਿ ਅਸੀਂ ਸੰਸਾਰ ਤੋਂ ਕਰਤਾਰ ਤੱਕ ਪਹੁੰਚ ਸਕੀਏ। ਜੋ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਪਾਵਨ ਮੁੱਖ ਵਾਕ ਵਿੱਚ ਬਖਸ਼ਿਸ਼ ਕੀਤੀ ਹੈ, ਜੋ ਮਨੁੱਖ ਦੇ ਜੀਵਨ ਦਾ ਨਿਸ਼ਾਨਾ ਹੈ, ਮਨੁੱਖ ਦੇ ਇੱਥੇ ਆਉਣ ਦਾ ਮਕਸਦ ਹੈ, ਉਹ ਭਾਈ ਸਾਹਿਬ ਜੀ ਦੀ ਰਸਨਾ ਤੋਂ ਰਹਾਉ ਦੀ ਪੰਕਤੀ ਵਿੱਚ ਜੋ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਅੱਜ ਦਾ ਪਾਵਨ ਫਰਮਾਨ ਕੀਤਾ ਹੈ, ਸਰਵਣ ਕਰੀਏ ਤੇ ਸਭ ਤੋਂ ਪਹਿਲਾਂ ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਸਾਰੀ ਸੰਗਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਹੋਰ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਹਰ ਜਨ ਕੋ ਇਹੀ ਸੁਹਾਵੈ। ਹਰੀ ਦੇ ਜਨ ਨੂੰ, ਹਰੀ ਦੇ ਸੇਵਕ ਨੂੰ ਇਹੀ ਸੋਹਣਾ ਲੱਗਦਾ ਹੈ। ਹਰੀ ਦੇ ਸੇਵਕ ਨੂੰ ਇਹੀ ਚੰਗਾ ਲੱਗਦਾ ਹੈ। ਕੀ ਚੰਗਾ ਲੱਗਦਾ ਹੈ, ਕੀ ਸੋਹਣਾ ਲੱਗਦਾ ਹੈ। ਸੰਸਾਰ ਵਿੱਚ ਬਹੁਤ ਕੁਝ ਹੈ ਦੇਖਣ ਵਾਸਤੇ, ਸੁਣਨ ਵਾਸਤੇ, ਪਰ ਪਰਮੇਸ਼ਰ ਦੇ ਸੇਵਕ ਨੂੰ ਇਸ ਰੰਗ ਬਰੰਗੇ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਕੀ ਸੋਹਣਾ ਲੱਗਦਾ ਹੈ, ਕੀ ਪਿਆਰਾ ਲੱਗਦਾ ਹੈ। ਅਗਲੀ ਪੰਕਤੀ ਵਿੱਚ ਸਰਵਣ ਕਰੀਏ। ਹਾਂਜੀ। ਭੇਖ ਨਿਕਟ ਕਰ ਸੇਵਾ ਸਤਿਗੁਰ। ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਨਾ, ਉਹਨੂੰ ਬਹੁਤ ਨੇੜੇ ਜਾਣਨਾ ਤੇ ਸਤਿਗੁਰੂ ਜੀ ਦੀ ਸੇਵਾ ਕਰਨੀ। ਹਾਂਜੀ। ਹਰ ਕੀਰਤ ਨਹੀਂ ਤ੍ਰਿਪਤਾਵੈ। ਪਰਮੇਸ਼ਰ ਦੇ ਪਿਆਰੇ ਨੂੰ ਪਿਆਰਾ ਲੱਗਦਾ ਹੈ ਸਤਿਗੁਰੂ ਜੀ ਦੀ ਸੇਵਾ ਕਰਨੀ, ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਾਣਨਾ ਤੇ ਕੀਰਤਨ ਵਿੱਚ ਆਪਣੇ ਮਨ ਨੂੰ ਲੀਨ ਰੱਖਣਾ। ਬਸ ਪਰਮੇਸ਼ਰ ਦੇ ਪਿਆਰੇ ਨੂੰ ਇਹੀ ਚੰਗਾ ਲੱਗਦਾ ਹੈ। ਸਾਧ ਸੰਗਤ, ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀਏ, ਹੇ ਸੱਚੇ ਪਾਤਸ਼ਾਹ, ਸਾਡਾ ਇੱਥੇ ਆਉਣ ਦਾ ਮਕਸਦ ਕੀ ਹੈ, ਸਾਡਾ ਇੱਥੇ ਆਉਣ ਦਾ ਮਨੋਰਥ ਕੀ ਹੈ, ਕਿਉਂ ਅਸੀਂ ਆਏ ਹਾਂ, ਕੀ ਕਰਨ ਆਏ ਹਾਂ, ਕੀ ਕਰਕੇ ਜਾਣਾ ਹੈ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਾਬਾ ਕਬੀਰ ਜੀ ਕਹਿੰਦੇ ਹਨ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰੂ ਜੀ ਦੀ ਸੇਵਾ ਕਰਨ ਵਾਸਤੇ, ਭਗਤਾਂ ਵਰਗੀ ਕਮਾਈ ਕਰਨ ਵਾਸਤੇ, ਤਬ ਕਰਕੇ ਸਾਨੂੰ ਇਹ ਦੇਹੀ ਪ੍ਰਾਪਤ ਹੋਈ ਹੈ। ਬਾਬਾ ਕਬੀਰ ਜੀ ਕਹਿੰਦੇ ਹਨ ਵੀ ਇਹ ਹੈ ਸਾਡਾ ਮਕਸਦ, ਇਹ ਹੈ ਸਾਡਾ ਇੱਥੇ ਆਉਣ ਦਾ ਨਿਸ਼ਾਨਾ। ਬਾਬਾ ਕਬੀਰ ਜੀ ਕਹਿੰਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ।
अपना निशाना ना भुलियो, अपना मकसद ना भुलियो। परमेश्वर नूं सिमरो, ओदी आराधना करो। भज हो गोबिंद, भूल मत जाहो, मता किते भुल जाओ। मानस जन्म का यही लाहो, यही है लाहा मानस जन्म का, यही है इत्थे आउण दा मकसद। साध संगत, धन श्री गुरु नानक देव जी महाराज सच्चे पातशाह श्री राग विच बख्शिश करते हैं। हजूर इस जीव नूं वणजारा कहते हैं। वणजारे तो भाव की आ साध संगत, ਜਿਹੜੇ ਵਣਜਾਰੇ ਲੋਕ ਹੁੰਦੇ ਸਨ ਉਹਨਾਂ ਦੀ ਕੋਈ ਪੱਕੀ ਦੁਕਾਨ ਨਹੀਂ ਸੀ ਹੁੰਦੀ, ਉਹਨਾਂ ਦੀ ਕੋਈ ਪੱਕੀ ਹੱਟੀ ਨਹੀਂ ਸੀ ਹੁੰਦੀ, ਤੁਰ ਫਿਰ ਕੇ ਸੌਦਾ ਵੇਚਿਆ ਕਰਦੇ ਸਨ। ਆਮ ਤੌਰ ਤੇ ਵਣਜਾਰੇ ਲੋਕ ਬੀਬੀਆਂ ਦੇ ਹਾਰ ਸ਼ਿੰਗਾਰ ਦਾ ਛੋਟਾ ਮੋਟਾ ਸਮਾਨ ਵੇਚਦੇ ਹੁੰਦੇ ਸਨ। ਸੁਰਮਾ, ਸਲਾਈਆਂ ਜਾਂ ਹੋਰ इस तरह का छोटा मोटा बीबियां के हार श्रृंगार का उन्होंने पिंडों में तुर फिर के समान बेचना। इन्हां दी कोई पक्की दुकान नहीं सी हुंदी, पक्की हट्टी नहीं सी हुंदी। जिस पिंड इन्हां नूं रात पै जांदी उत्थे रह पैंदे, अगले दिन दूजे पिंड जाके अपना सौदा वेचदे। इन्हां नूं वणजारे लोग कहंदे हुंदे सन। धन गुरु नानक देव जी महाराज ने भी मनुख नूं वणजारा कह के संबोधन किया है। मनुख ने भी इस दुनिया में सदा नहीं रहना, इन्हें भी इत्थों वापस तुर जाना है। धन गुरु नानक देव जी महाराज कहते हैं, श्री राग का पावन शब्द है। हजूर कहते ने वणज करो वणजारिओ, ऐ वणज करन आए हुए वणजारिओ, ਜਿਹੜਾ ਵਣਜ ਕਰਨ ਆਇਓ ਉਹ ਵਣਜ ਕਰੋ। ਸਾਧ ਸੰਗਤ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਪਾਵਨ ਸ਼ਬਦ ਹੈ। ਮਹਾਰਾਜ ਕਹਿੰਦੇ ਨੇ, ਮਾਣੂ ਕੱਲੇ ਉੱਠੀ ਚੱਲੇ। ਮਾਣੂ ਤੋਂ ਭਾਵ ਹੈ ਮਨੁੱਖ। ਪਰਮੇਸ਼ਰ ਨੇ ਕੱਲਿਆ ਹੈ ਮਨੁੱਖ ਨੂੰ ਕੋਈ ਕੰਮ ਕਰਨ ਵਾਸਤੇ। ਇੱਥੇ ਮਾਣੂ ਕੱਲੇ ਉੱਠੀ ਚੱਲੇ। बाबा नानक जी कहते ने, उस रब जी ने मनुख नूं इत्थे कोई काम करने वास्ते भेजिया है, ते ये बंदा वो काम करन तो बगैर ही इत्थों उठ के चला जाए, वापस चला जाए। मानू कल्लै उठी चलै, साध नाही अवेही गल्लै। बाबा नानक जी कहते फिर इस दुनिया में आउण दा कोई स्वाद ते ना होया, कोई लाभ ते ना होया। मानू कल्लै उठी चलै, साध नाही अवेही गल्लै। इस गल विच वेखो स्वाद ते नाना आया इस दुनिया विच आउण दा। जदों असीं सोहिला साहब जी की बाणी पढ़ते हाँ ते धन गुरु अर्जन देव जी महाराज हर रोज़ सिख नूं सौण तो पहला कहते हैं, जाग को आए सोई बिहाज हो। भाई जेड़ा सौदा खरीदन आए हो, जेड़ा वणज खरीदन आए हो, भाई वो वणज करो, वो सौदा खरीदो। जाग को आए सोई बिहाज हो, भाई वो भी सौदा खरीदो जेड़ा खरीदन वास्ते आए हो। ते धन गुरु नानक देव जी महाराज कहते ने, वणज करो वणजारिओ, वखर लिहो समाल। जेड़ा सौदा खरीदन आए हो भाई वो सौदा भी खरीदो। तैसी वसत विसाई है। महाराज कहते ने, चीज वो खरीदिए, सौदा वो खरीदिए। तैसी वसत वसाई है, जैसी निभ है नाल। बाबा नानक जी कहते ने, चीज वो खरीदिए, सौदा वो खरीदिए जेड़ा नाल ही तुर जाए, जेड़ा नाल ही निभ जाए। साध संगत, श्री गुरु नानक देव जी महाराज जेड़ा उन्होंने सच्चा सौदा किया चूड़काने जाके लोड़वंदां दी खातर, भुखे साधुआं दी खातर, एक गल याद रखनी चाहिए है, जेड़े साधुआं नूं बाबा नानक जी ने प्रशादा छकाया
वस्त्र लैके दिते। वो कोई मंगण वाले साधु नहीं सन। उस संप्रदा का नाम सी संतरे। वो घरां विचों मंग के नहीं सी खांदे, जो किसी की मर्जी हुंदी दे जांदा, छक लैंदे, सबर संतोख नाल बैठे रहिंदे। बाबा नानक जी भाई मरदाना जी नूं कहंदे ने, भाई मरदानिया, जदों असीं तुर लगे अपने पिंडों तलवंडी तो बापू जी की कहंदे सन? भाई मरदाना जी कहन लगे, बाबा बापू जी कहंदे सन, सौदा वो खरीदियो जिहदे च कदे घाटा ना पए। खरा सौदा खरीदियो जिहदे च कदे घाटा ना पए। श्री गुरु नानक देव जी महाराज कहन लगे, भाई मरदानिया, फिर ते इको ही सौदा है जिहदे च कदे घाटा नहीं पैंदा। भाई मरदानिया, परसों दे भुखे बैठे हैं परमेश्वर दे प्यारे, बस आ फिर खरा सौदा करिए। साध संगत उस वेले उस इलाके विच वरखा नहीं सी होई, अण दाना नहीं सी होया, होर भी बड़े लोड़वंद लोग सन। धन गुरु नानक देव जी महाराज सच्चे पातशाह ने खुला लंगर ला दिता। इलाके विच भी लोड़वंद आ गए। लोड़वंदां दी खातर महाराज जी ने वस्त्र भी भेंट कीते, लंगर भी लाया। इतिहास कहंदा भी 3 दिन लंगर चलदा रहा। 3 दिन सत्कारयोग बाबा कल्याण दास जी बहिता बाबा कालू करके भी भाई गुरदास ने लिखिया है, उड़ीक रहे सन। सौदा आउंदा होवेगा गड्डियां ते, बैल गड्डियां ते, खच्चरां ते, घोड़ियां ते सौदा लैके आउंदा होएगा मेरा पुत्र। पर ननकाना साहब तो बाहर जिथे बाबा नानक जी आन के बैठे सन ते भाई मरदाना जी नूं खबर देण वास्ते भेजिया भी जा पिता जी नूं जाके खबर दे जिहड़ा सौदा करके आए। साध संगत अज डॉक्टर लोग कहंदे हन कि बजुर्गां नूं सदमे वाली खबर एकदम नहीं देनी चाहिए। वेखो श्री गुरु नानक देव जी महाराज तलवंडी तो बाहर बैठे, उत्थे अजकल गुरुद्वारा तंबू साहिब है, भाई मरदाना जी नूं खबर देण वास्ते भेजिया। पिता जी दे पैरां थल्लों जमीन निकल गई ये सुन के कि सारी रकम लोड़वंदां नूं छका आया है। उस वेले गुरु नानक देव जी महाराज जी की उम्र तकरीबन 34-35 साल की सी। पर जवान गभरू सन। साध संगत इतिहास कहंदा भी बाबा कालू जी ने, महाराज के सत्कारयोग पिता जी ने श्री गुरु नानक देव जी महाराज के मुख ते चपेड़ा भी मारियां। मैं ते देशां विदेशां विच बेनती करदा हुन्ना साध संगत, जदों भी लंगर छकीए ना धन गुरु नानक साहब जी के घर विच, उस वेले गुरु नानक साहब महाराज का नाम जरूर लेना चाहिए है। इस लंगर की खातर दीन दुनिया के मालक धन गुरु नानक देव जी महाराज जी नूं अपने कोमल मुख ते चपेड़ां भी खाणियां पईयां। अज जिथे जिथे एक सिख भी रहिंदा है उत्थे गुरु नानक साहब जी का लंगर चलदा है। अहमदाबाद तो अगले पासे एक नगर है गांधी धाम। गांधी धाम तो जिहड़ा रस्ता जांदा ना समुंदर दी बंदरगाह, जिन्नू लखपत भी कहंदे हन, जिस रस्ते थाई धन गुरु नानक देव जी महाराज कराची गए, उथों मक्के गए, सऊदी अरब गए, इसे रस्ते थाई गए सन। बहुत वरियां दी बात है। सानू गांधी धाम दे कुछ प्यारे सज्जन वो धर्मशाला दिखाउण लै गए। समुंदर के किनारे ते वो धर्मशाला अजे भी कच्ची बनी हुई है। कहन लगे, ज्ञानी जी आओ तुहानू धर्मशाला दिखाइए जिथे बाबा नानक जी ने विश्राम भी किया, उन्हां दी कोई यादगार निशानियां भी पईयां हन। बहुत लंबा सफर से रस्ते विच एक निहंग सिंह की छाउणी आई, उहदे बच्चे, उहदी धर्म सपत्नी, असी तकरीबन 15-16 सिंह सां। उस निहंग सिंह ने सानू प्रशादा भी छकाया, थोड़ा बहुता माल डंगर भी रखिया सी, जल पानी भी छकाया।
ਅਸੀਂ ਕਿਹਾ ਨਿਹੰਗ ਸਿੰਘ ਜੀ ਇਹ ਲੰਗਰ ਹਰ ਵੇਲੇ ਚੱਲਦਾ ਰਹਿੰਦਾ ਹੈ। ਕਹਿਣ ਲੱਗੇ ਗਿਆਨੀ ਜੀ ਕੋਈ ਵੀ ਆ ਜਾਏ, ਦਿਨੇ ਆ ਜਾਏ, ਰਾਤ ਆ ਜਾਏ, ਇੱਥੋਂ ਫੌਜੀ ਲੋਕ, ਆਰਮੀ ਦੇ, BSF ਵਾਲੇ ਅਗਲੇ ਪਾਸੇ ਜਾਂਦੇ ਹਨ, ਇਹ ਲੰਗਰ ਚੱਲਦਾ ਹੀ ਰਹਿੰਦਾ ਹੈ। ਅਸੀਂ ਕਿਹਾ ਕੋਈ ਉਗਰਾਈ ਵੀ ਕਰਦੇ ਹੋ? ਬੜੇ ਪਿਆਰ ਨਾਲ ਆਖਣ ਲੱਗਾ ਗਿਆਨੀ ਜੀ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਚਲਾਇਆ ਹੋਇਆ ਲੰਗਰ ਹੈ, ਇੱਥੇ ਕਦੇ ਤੋਟ ਨਹੀਂ ਆਈ, ਨਾ ਇੱਥੇ ਕਦੇ ਤੋਟ ਆਉਣੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਸੱਚਾ ਸੌਦਾ ਕੀਤਾ ਸੀ, ਲੋੜਵੰਦਾਂ ਦੀ ਖਾਤਰ ਜਿਹੜਾ ਲੰਗਰ ਲਾਇਆ, ਉਹਨੂੰ ਮਹਾਰਾਜ ਨੇ ਸੱਚੇ ਸੌਦੇ ਦਾ ਨਾਮ ਦਿੱਤਾ ਸੀ। ਸਾਧ ਸੰਗਤ, ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੋਕਾ ਦੇ ਕੇ ਆਖਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਪੜ੍ਹ ਕੇ ਦੇਖ ਲਓ, ਸਭ ਕੁਝ ਨਾਸ਼ਵੰਤ ਹੈ, ਸਭ ਕੁਝ ਨਾ ਰਹਿਣ ਵਾਲਾ ਹੈ, ਪਰ ਆਖਰੀ ਸਲੋਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਇੱਥੇ ਕੋਈ ਰਹਿਣ ਵਾਲਾ ਵੀ ਹੈ। ਕਿਤੇ ਕਹਿੰਦੇ ਹਨ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਕਿਤੇ ਹਜ਼ੂਰ ਕਹਿੰਦੇ ਨੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਪਰ ਹਜ਼ੂਰ ਕਹਿੰਦੇ ਨੇ ਆਖਰੀ ਸ਼ਲੋਕ ਵਿੱਚ ਮਹਾਰਾਜ ਕਹਿੰਦੇ ਨੇ ਇੱਥੇ ਕੋਈ ਰਹਿਣ ਵਾਲਾ ਵੀ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਾਧ ਸੰਗਤ, ਅੱਜ ਵੀ ਅਸਮਾਨ ਵਿੱਚ ਝਾਤੀ ਮਾਰ ਕੇ ਦੇਖ ਲਓ, ਕਿਸੇ ਰਾਜੇ ਦਾ ਨਾਮੋ ਨਿਸ਼ਾਨ ਨਹੀਂ ਮਿਲਦਾ। ਇੱਥੇ ਰਾਜੇ ਆਏ, ਚੱਕਰਵਰਤੀ ਰਾਜੇ ਆਏ, ਅਸਮਾਨ ਵਿੱਚ ਝਾਤੀ ਮਾਰ ਕੇ ਦੇਖ ਲਓ, ਕਿਸੇ ਦਾ ਨਾਮੋ ਨਿਸ਼ਾਨ ਨਹੀਂ ਮਿਲਦਾ। ਪਰ ਜਦੋਂ ਬਜ਼ੁਰਗ ਮਾਤਾਵਾਂ ਬਹਿੰਦੀਆਂ ਹੁੰਦੀਆਂ ਸਨ ਨਾ ਬੱਚਿਆਂ ਨੂੰ ਲੈ ਕੇ ਗੋਦੀ ਵਿੱਚ, ਅੱਜ ਉਹ ਰਿਵਾਜ ਖਤਮ ਹੋ ਗਿਆ ਹੈ। ਅੱਜ ਦੀ ਨਵੀਂ ਪੀੜ੍ਹੀ ਨੇ ਬੱਚਿਆਂ ਕੋਲੋਂ ਦਾਦੀ ਦੀ ਗੋਦ ਖੋਹ ਲਈ ਹੈ। ਇਹਨਾਂ ਬੱਚਿਆਂ ਨੂੰ ਦਾਦੀਆਂ ਦੀ ਗੋਦ ਵਿੱਚ ਬਿਠਾਉਣਾ ਚਾਹੀਦਾ ਹੈ, ਦਾਦਿਆਂ ਦੀ ਗੋਦ ਵਿੱਚ ਬਿਠਾਉਣਾ ਚਾਹੀਦਾ ਹੈ। ਤੇ ਮੈਨੂੰ ਯਾਦ ਹੈ ਬਜ਼ੁਰਗ ਮਾਤਾਵਾਂ ਨੇ ਬੱਚਿਆਂ ਨੂੰ ਲੈ ਕੇ ਰਾਤ ਨੂੰ ਗੋਦੀ ਵਿੱਚ ਬਹਿਣਾ ਤੇ ਬਜ਼ੁਰਗ ਮਾਤਾਵਾਂ ਨੇ ਕਹਿਣਾ, ਪੁੱਤਰ ਆਓ ਦੇਖ ਧਰੂ ਤਾਰਾ, ਪੁੱਤਰ ਆਓ ਦੇਖ ਸਰਵਣ ਦੀ ਵਹਿੰਗੀ। ਤੇ ਅਸੀਂ ਪੁੱਛਣਾ ਵੀ ਧਰੂ ਕੌਣ ਸੀ, ਇਹ ਸਰਵਣ ਕੌਣ ਸੀ? ਤੇ ਬਜ਼ੁਰਗ ਮਾਤਾਵਾਂ ਜਵਾਬ ਦਿੰਦੀਆਂ ਸਨ, ਪੁੱਤਰ ਧਰੂ ਨੇ ਸਿਮਰਨ ਕੀਤਾ ਸੀ, ਸਰਵਣ ਨੇ ਸੇਵਾ ਕੀਤੀ ਸੀ। ਅੱਜ ਵੀ ਆਕਾਸ਼ ਵਿੱਚ ਜਾਂ ਸਿਮਰਨ ਵਾਲਿਆਂ ਦਾ ਨਿਸ਼ਾਨ ਬਾਕੀ ਹੈ, ਜਾਂ ਇੱਥੇ ਸੇਵਾ ਵਾਲਿਆਂ ਦਾ ਨਿਸ਼ਾਨ ਬਾਕੀ ਹੈ। ਬਾਕੀ ਤੇ ਜੋ ਆਇਆ ਸੋ ਚੱਲ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਭਾਈ ਜਿਹੜਾ ਵਣਜ ਕਰਨ ਆਇਓ ਉਹ ਵਣਜ ਕਰੋ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸਮਾਲ। ਵੱਖਰ ਕਹਿੰਦੇ ਨੇ ਉਹ ਸੌਦਾ ਖਰੀਦੋ ਜਿਹੜਾ ਸੌਦਾ ਖਰੀਦਣ ਆਏ ਹੋ। ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਮਹਾਰਾਜ ਬਾਬਾ ਨਾਨਕ ਜੀ ਕਹਿੰਦੇ ਨੇ ਸੌਦਾ ਉਹ ਖਰੀਦੀਏ ਜਿਹੜਾ ਨਾਲ ਹੀ ਨਿਭ ਜਾਏ। ਹਜ਼ੂਰ ਕਹਿੰਦੇ ਨੇ ਅੱਗੇ ਸ਼ਾਹ ਸੁਜਾਨ ਹੈ, ਜਿਹੜਾ ਅਗਲੇ ਪਾਸੇ ਸ਼ਾਹ ਬੈਠਾ ਹੈ, ਸਿਰ ਸ਼ਾਹਾਂ ਦਾ ਸ਼ਾਹ, ਉਹ ਸ਼ਾਹ ਬੜਾ ਸਿਆਣਾ ਹੈ। ਉਹ ਵੇਖ ਲੈਂਦਾ ਵੀ ਜਿਹੜਾ ਮੈਂ ਸੌਦਾ ਖਰੀਦਣ ਘੱਲਿਆ ਸੀ ਉਹੀ ਸੌਦਾ ਲੈ ਕੇ ਆਇਆ ਕਿ ਜਾਂ ਕੋਈ ਹੋਰ ਲੈ ਕੇ ਆ ਗਿਆ ਹੈ। ਹਜ਼ੂਰ ਕਹਿੰਦੇ ਨੇ ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸਮਾਨ। ਤੇ ਉਹ ਸੌਦਾ ਕਿਹੜਾ ਹੈ ਜਿਹੜਾ ਆਪਣਾ ਖਰੀਦਣਾ ਹੈ? ਕਿਹੜਾ ਸੌਦਾ ਹੈ, ਕਿਹੜਾ ਵਣਜ ਜਿਹੜਾ ਆਪਾਂ ਕਰਨਾ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਹੋਕਾ ਦਿੱਤਾ ਹੈ, ਸੰਸਾਰ ਦੇ ਲੋਕੋ ਆਓ ਤੁਹਾਨੂੰ ਦੱਸਾਂ ਉਹ ਕਿਹੜਾ ਸੌਦਾ ਹੈ, ਉਹ ਕਿਹੜਾ ਵਣਜ ਹੈ ਜਿਹੜਾ ਮਨੁੱਖ ਦੇ ਨਾਲ ਨਿਭ ਜਾਂਦਾ ਹੈ, ਜਿਹੜਾ ਖਰਾ ਸੌਦਾ ਹੈ। ਕਿਹੜਾ ਵਣਜ ਕਰਨ ਆਏ ਹਾਂ? ਸਾਰੀ ਸੰਗਤ ਕਿਰਪਾ ਕਰੋ। ਹਜ਼ੂਰ ਕਹਿੰਦੇ ਹਨ, ਹੋਕਾ ਦਿੰਦੇ ਹਨ, ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ ਲਾਏ ਭਾਈ ਰੇ, ਰਾਮ ਕਹੋ ਚਿਤ ਲਾਏ, ਰਾਮ ਕਹੋ ਚਿਤ। ਰਾਮ ਕਹੋ ਚਿਤ ਲਾਏ ਭਾਈ ਰੇ,
राम कहो चित लाए, राम कहो चित लाए भाई रे, राम कहो चित लाए, राम कहो। हजूर कहते ने चित ला के रब रब जपो, हर जस वखर ले चलो, हर जस वखर ले चलो। वखर कहते ने सौदे नूं, हजूर कहते ने हरि दा जस करो, परमेश्वर दा सिमरन करो, ये सौदा लैके जाओ। हर जस वखर ले चलो, हर जस वखर ले चलो, हर जस। धन गुरु नानक देव जी महाराज कहते ने जिहड़ा फिर ये सौदा लैके जांदा वो शाह बड़ा खुश हुंदा है। ये सौदा देख के शाह दा मन मन जाता है, शाह प्रसन्न हो जाता है। सौ देखे पते आए, सौ देखे पते आए, सौ बाबा कबीर जी कहते ने इस संसार विच कोई कहण दा वपार करदा है, इत्थे कोई तांबे दा वपार करदा है, इत्थे कोई लौंगां दा वपारी है। भगत जी कहते ने कि नहीं बन जे आकाशी तांबा, कि नहीं लौंग सपारी, संतो बन जे नाम गोबिंद का। परमेश्वर दे प्यारे ने कादा वंज कीता है? परमेश्वर दे नाम सिमरन दा। संतो बन जे नाम गोबिंद का, ऐसी खेप हमारी। बाबा कबीर जी कहते ने व्यापारी तो बहुत हैं, पर मैं भी एक व्यापारी हाँ। मैं कादा व्यापारी हाँ? नाम के व्यापारी, हर के नाम के व्यापारी, नाम के व्यापारी, हर के नाम के व्यापारी, नाम के व्यापारी। ਵਪਾਰ ਕਰਦਿਆਂ ਕਰਦਿਆਂ ਕਈ ਵਾਰੀ ਇਹੋ ਜਿਹਾ ਸੌਦਾ ਹੱਥ ਵਿੱਚ ਲੱਗਦਾ ਬੰਦਾ ਮਾਲੋ ਮਾਲ ਹੋ ਜਾਂਦਾ। ਉਹਨਾਂ ਮੁਨਾਫਾ ਉਹਨਾਂ ਲਾਭ ਸਾਰੀ ਉਮਰ ਵਿੱਚ ਨਹੀਂ ਹੁੰਦਾ ਜਦੋਂ ਇੱਕੋ ਸੌਦੇ ਵਿੱਚ ਲਾਭ ਪ੍ਰਾਪਤ ਹੋ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਨੇ ਇਹ ਵਪਾਰ ਕਰਦਿਆਂ ਕਰਦਿਆਂ ਸਾਡੇ ਹੱਥ ਵਿੱਚ ਹੀਰਾ ਚੜ ਗਿਆ। ਹੀਰਾ ਹੱਥ ਚੜਿਓ ਨਿਰਮੋਲਕ। ਹੀਰਾ ਵੀ ਉਹ ਹੱਥ ਵਿੱਚ ਆਇਆ ਜਿਹੜਾ ਮੁੱਲ ਨਹੀਂ ਮਿਲਦਾ, ਜਿਹੜਾ ਬਾਜ਼ਾਰਾਂ ਵਿੱਚੋਂ ਨਹੀਂ ਮਿਲਦਾ, ਜਿਹੜਾ ਮੁੱਲ ਨਹੀਂ ਵਿਕਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਦੁਨੀਆ ਵਿੱਚ ਹਰ ਚੀਜ਼ ਮੁੱਲ ਵਿਕਦੀ ਆ, ਪਰ ਮੇਰੇ ਪਰਮੇਸ਼ਰ ਦਾ ਨਾਮ ਮੁੱਲ ਨਹੀਂ ਵਿਕਦਾ, ਧਰਮ ਮੁੱਲ ਨਹੀਂ ਵਿਕਦਾ, ਸਿਮਰਨ ਮੁੱਲ ਨਹੀਂ ਵਿਕਦਾ, ਸੇਵਾ ਮੁੱਲ ਨਹੀਂ ਵਿਕਦੀ। ਜੇ ਕੋਈ ਅਮੀਰ ਬੰਦਾ ਆਖੇ ਕਿਸੇ ਬੰਦੇ ਨੂੰ ਤੈਨੂੰ ਮੈਂ 1000 ਰੁਪਈਆ ਦਿਆਂਗਾ ਸ਼ਾਮਾਂ ਨੂੰ, ਮੇਰੇ ਨਾਂ ਤੇ ਗੁਰੂ ਰਾਮਦਾਸ ਦੇ ਲੰਗਰ ਦੇ ਭਾਂਡੇ ਮਾਂਜੀ ਜਾ, ਤੁਹਾਡਾ ਕੀ ਖਿਆਲ ਹੈ ਵੀ ਇਹ ਸੇਵਾ ਕਿਤੇ ਉਹਦੇ ਖਾਤੇ ਵਿੱਚ ਕਿਤੇ ਪੈ ਜਾਏਗੀ? ਅਮੀਰ ਬੰਦਾ ਆਖੇ 500 ਰੁਪਈਆ ਦਿਹਾੜੀ ਦਿਆਂਗਾ ਤੂੰ ਮੇਰੇ ਵਿਹੜੇ 'ਚ ਬੈਠ ਕੇ ਵਾਹਿਗੁਰੂ 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 ਕਰੀ ਜਾ। ਬਾਬਾ ਨਾਨਕ ਜੀ ਕਰਤਾਰਪੁਰ ਸਾਹਿਬ ਰਹਿੰਦੇ ਸਾਨੂੰ ਜੋ ਖੇਤੀ ਕਰਦੇ, ਸਿੱਖਾਂ ਨੇ ਬੜੇ ਪਿਆਰ ਨਾਲ ਪੁੱਛਿਆ ਵੀ ਹੇ ਬਾਬਾ ਨਾਨਕ ਜੀ ਤੁਸੀਂ ਬੇਲੇ ਵਿੱਚ ਮੱਝਾਂ ਗਾਈਆਂ ਵੀ ਚਾਰੀਆਂ। ਸਿੱਖ ਬੜੇ ਪਿਆਰ ਨਾਲ ਪੁੱਛਣ ਲੱਗੇ ਮਹਾਰਾਜ ਤੁਸੀਂ ਹੱਟੀ ਵੀ ਕੀਤੀ, ਤੁਸੀਂ ਖੇਤੀ ਵੀ ਕੀਤੀ, ਤੁਸੀਂ ਸਰਕਾਰੀ ਨੌਕਰੀ ਵੀ ਕੀਤੀ। ਸੁਲਤਾਨਪੁਰ ਲੋਧੀ ਜਦੋਂ ਮੋਦੀ ਦੀ ਕਾਰ ਕੀਤੀ ਆ ਨਾ ਬਾਬਾ ਨਾਨਕ ਜੀ ਨੇ, ਉਹ ਸਰਕਾਰੀ ਨੌਕਰੀ ਸੀ ਬਾਬਾ ਨਾਨਕ ਜੀ ਦੀ, ਬੜੀ ਵੱਡੀ ਨੌਕਰੀ ਸੀ, ਬੜਾ ਵੱਡਾ ਅਹੁਦਾ ਸੀ। ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਖੇਤੀ ਵੀ ਕੀਤੀ, ਤੁਸੀਂ ਬੇਲੇ ਵਿੱਚ ਮੱਝਾਂ ਗਾਈਆਂ ਵੀ ਚਾਰੀਆਂ, ਤੁਸੀਂ ਹੱਟੀ ਵੀ ਕੀਤੀ, ਤੁਸੀਂ ਵਪਾਰ ਵੀ ਕੀਤਾ, ਨੌਕਰੀ ਵੀ ਕੀਤੀ, ਸਭ ਤੋਂ ਔਖਾ ਕੰਮ ਕਿਹੜਾ ਲੱਗਾ ਹੈ? ਕੋਈ ਕਹਿੰਦਾ ਨੌਕਰੀ ਬੜੀ ਔਖੀ, ਨੌਕਰੀ ਕੀ ਤੇ ਨਖਰਾ ਕੀ।
कोई आंदा जी खेती बड़ी औखी है। महाराज तुहानू किहड़ा काम सब तो औखा लगा है? श्री गुरु नानक देव जी महाराज आखन लगे मैं बेले विच मझां गाइयां विचारियां ने। हजूर कहंदे मैं हट्टी भी कीती, मैं व्यापार भी कीता। महाराज आखन लगे मैं सरकारी नौकरी भी कीती, ना मैनू मझां गाइयां चारनियां औखियां लगियां, ना मैनू सरकारी नौकरी ते ओहदे वास्ते औखी है जिहड़ा अवेसला बंदा जिन्हें वक्त सिर दफ्तर पहुंच जाना, रिश्वत नहीं लैनी, नेक कमाई नाल दफ्तर 'च जाके बह जाना, ओहदे वास्ते नौकरी कादी औखी? श्री गुरु नानक देव जी महाराज आखन लगे दवाई मेरे करतार दी ना नौकरी औखी, ना खेती औखी, ना हट्टी औखी, ना कोई व्यापार औखा। जे सब तो मैनू औखा काम लगा ते ये लगा है आखण औखा। सारी संगत भला बोलो खां, आखण औखा, आखण औखा साचा ना हो। ये औखा इस करके है मजदूर रख के खेती कराई जा सकती, बंदे रख के व्यापार करवाया जा सकता है, नौकर रख के हट्टी चलाई जा सकती है। श्री गुरु नानक देव जी महाराज आखन लगे ये काम इस करके औखा भी अपनी हथी करना पैंदा, ये आप उठना पैंदा, आप जपना पैंदा, अपने हथी सेवा करनी पैंदी। श्री गुरु नानक देव जी महाराज आखन लगे भाई याद रख आपन हथी अपना आपे ही का सवारिया, ये तेनू काम आपे सवारना पैना, अपने हथी करना पैना। मुल धर्म अमोल दीवान, मेरे मालिक दा धर्म मुल नहीं वेकदा। ते श्री गुरु नानक देव जी महाराज कहते हैं भाई जेड़ा वणज करना है वह वणज करो। ते व्यापार करद्या कई बारी वो सौदा हाथ विच आ जांदा। बाबा कबीर जी कहते हीरा हाथ चढ़ियो निर्मोलक, छूट गई संसारी। वो संसारी लोगों वाली बिरती साडी खत्म हो गई। ये कारज करने वास्ते असीं संसार ते आए हाँ। धन श्री गुरु अर्जन देव जी महाराज कहते हैं, श्री गुरु अर्जन देव जी महाराज अज दे पावन बचन विच हजूर कहंदे ने हर जन को यही सुहावै। हरि दे सेवक नूं भाई यही चंगा लगदा है। की चंगा लगदा है? पेख निकट कर सेवा सतगुर, परमेश्वर नूं हाज़र नाज़र जानना। साध संगत कई बारी ना असीं उत्तों आखी जाने रब बहुत नेड़े है, रब बहुत नेड़े है, भी नेड़े है। भगत रविदास कहंदे ने कह रविदास हाथ पै नेड़े, हाथ तो भी नेड़े है। पर धन गुरुदेव महाराज कहते हैं आखण नूं ते सारे कहंदे ने रब बहुत नेड़े है, पर निकट बुझै सो बुरा क्यों करे। जे सानू समझ आ जाए, मन मान जाए कि रब बहुत नेड़े, फिर बुरा क्यों करिए, फिर भैड़ा कम क्यों करिए, क्यों फिर लोग शिव के असीं बुरे कर्म करिए। महाराज कहंदे ने पेख निकट कर सेवा सतगुर, परमेश्वर दा सेवक रब नूं हाज़र नाज़र जानदा है, सतगुरु जी की सेवा च हाज़र रहिंदा है। हर कीर्तन ही तृप्तावै। महाराज आखन लगे परमेश्वर दा सेवक ओदी कीर्ति विच प्रसन्न रहिंदा है, हर वेले ओदी कीर्ति ही करदा रहिंदा है। हाँ जी। सतनाम वाहिगुरु साहिब जी सोरठ महला पंजवा। राग सोरठ है ते धन श्री गुरु अर्जन देव महाराज सच्चे पातशाह जी का गरीब नवाज जी का यह पावन मुख वाक अज का उचारण किया होया है जी। राजन मह राजा उरझायो। हजूर आखन लगे जिवें राजा राज दे कमां विच ही मस्त रहिंदा है। मानन मह अभिमानी। कई बंदियां दा सुभाव हुंदा है भी चंगे काम ते करदे हन, पर इस करके चंगे काम करते हैं भी सानू लोग वाह वाह करन, लोग सानू चंगा आखन। चंगे काम करदा भले कर्म करदा है, पर चंगे कर्म इस करके करदा भी लोग मैनू चंगा आखन। साध संगत धन गुरु नानक देव जी महाराज का एक पावन बचन है। महाराज कहते ने 30 कर रखे 5 कर साथी, 9 शैतान मत कट जाए। बाबा नानक जी कहते ने तू 30 रोजे गिन के रखना, गिन के। 5 तू नमाजा भी हर रोज पढ़दा, पर 30 रोजे तू गिन के रखदा, 5 नमाजा तू हर रोज पढ़दा, ते इस करके पढ़दा भी मैनू लोग शैतान ना आखन, मैनू लोग भैड़ा मनुख ना आखन,
ਨੌ ਸ਼ੈਤਾਨ ਮਤ ਕੱਟ ਜਾਈ। ਆ ਜਿਹੜਾ ਮੇਰੇ ਨਾਮ ਦੇ ਨਾਲ ਸ਼ੈਤਾਨ ਜੁੜਿਆ ਹੋਇਆ ਨਾ, ਸ਼ੈਤਾਨ ਸ਼ਬਦ ਲੱਥ ਜਾਏ ਤੇ ਮੈਨੂੰ ਲੋਕ ਭਲਾ ਲੋਕ ਆਖਣ, ਚੰਗਾ ਮਨੁੱਖ ਆਖਣ। ਮਹਾਰਾਜ ਆਖਣ ਲੱਗੇ ਇਹ ਤੇਰੇ ਰੋਜੇ ਵਿਖਾਵੇ ਮਾਤਰ ਹਨ, ਇਹ ਤੇਰੀ ਨਮਾਜ਼ ਵਿਖਾਵੇ ਮਾਤਰ ਹੈ। ਬਾਬਾ ਕਬੀਰ ਜੀ ਕਹਿੰਦੇ ਹਨ ਲੋਕ ਤੇ ਪਤਿਆਏ ਜਾ ਸਕਦੇ ਹਨ, ਪਰ ਰੱਬ ਨੂੰ ਇਸ ਤਰ੍ਹਾਂ ਨਹੀਂ ਪਤਿਆਇਆ ਜਾ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਮਾਨਣ ਮਾਹੇ ਅਭਿਮਾਨੀ। ਜਿਸ ਤਰ੍ਹਾਂ ਮਾਣ ਵਧਾਉਣ ਵਾਲੇ ਕੰਮ ਕਰਦਾ ਹੈ ਅਭਿਮਾਨੀ, ਭਲੇ ਕੰਮ ਕਰਦਾ ਉਹਨੂੰ ਮਾਣ ਰਹਿੰਦਾ, ਤੇ ਆਪਣਾ ਮਾਣ ਵਧਾਉਣ ਵਾਸਤੇ ਇਹੋ ਜਿਹੇ ਕਾਰਜ ਕਰਦਾ ਰਹਿੰਦਾ ਹੈ। ਲੋਭਨ ਮਹਿ ਲੋਭੀ ਲੋਭਾਇਓ। ਹਜ਼ੂਰ ਆਖਣ ਲੱਗੇ ਜਿਹੜਾ ਲੋਭੀ ਬੰਦਾ ਹੈ, ਲਾਲਚੀ ਬੰਦਾ ਹੈ, ਹਰ ਵੇਲੇ ਲਾਲਚ ਵਿੱਚ ਹੀ ਕੰਮ ਕਰਦਾ ਹੈ। ਜੋ ਵੀ ਕੰਮ ਕਰਦਾ ਲਾਲਚ ਕਰਕੇ। ਕਈ ਬੰਦੇ ਏਡੇ ਮਤਲਬੀ ਹੁੰਦੇ ਨੇ, ਮਤਲਬ ਤੋਂ ਬਿਨਾਂ ਕਿਸੇ ਨੂੰ ਫਤਿਹ ਨਹੀਂ ਬੁਲਾਉਂਦੇ। ਤੇ ਜੇ ਮਤਲਬ ਨਿਕਲ ਜਾਏ ਤੇ ਫਿਰ ਤੂੰ ਕੌਣ ਤੇ ਮੈਂ ਕੌਣ। ਤੇ ਜੇ ਮਤਲਬ ਹੋਵੇ ਤੇ ਫਿਰ ਇਸ ਤਰ੍ਹਾਂ ਜਾਪਦਾ ਵੀ ਇਹਨਾਂ ਵਰਗਾ ਮਹਾਤਮਾ ਤੇ ਧਰਮਾਤਮਾ ਹੀ ਕੋਈ ਨਹੀਂ, ਇਹਦੇ ਵਰਗਾ ਸ਼ਰੀਫ ਕੋਈ ਨਹੀਂ। ਮਹਾਰਾਜ ਕਹਿੰਦੇ ਨੇ ਜਿਵੇਂ ਲੋਭੀ ਬੰਦਾ ਹਰ ਵੇਲੇ ਲੋਭ ਵਿੱਚ ਗਰਸਿਆ ਹੋਇਆ ਹਰ ਕੰਮ ਕਰਦਾ ਹੈ, ਤਿਉ ਹਰ ਰੰਗ ਰਚੇ ਗਿਆਨੀ। ਹਜ਼ੂਰ ਆਖਣ ਲੱਗੇ ਜਿਵੇਂ ਰਾਜਾ ਆਪਣੇ ਰਾਜ ਦੇ ਕੰਮਾਂ 'ਚ ਮਸਤ ਰਹਿੰਦਾ ਹੈ। ਅਭਿਮਾਨੀ ਬੰਦਾ ਮਾਣ ਕਰਨ ਵਾਲਾ ਉਹੀ ਕੰਮ ਕਰਦਾ ਜਿਹਦੇ 'ਚ ਉਹਦਾ ਮਾਣ ਵਧੇ। ਲੋਭੀ ਬੰਦਾ ਲੋਭ ਵਾਲੇ ਕੰਮ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਜਿਹੜਾ ਪਰਮੇਸ਼ਰ ਦਾ ਗਿਆਨੀ ਮਨੁੱਖ ਹੈ, ਗਿਆਨੀ ਉਹਨੂੰ ਕਹਿੰਦੇ ਨੇ ਗਿਆਨੀ ਹੋਏ ਸੋ ਚੇਤਨ ਹੋਏ। ਗਿਆਨੀ ਉਹ ਹੈ ਜਿਹੜਾ ਹਰ ਵੇਲੇ ਸੁਚੇਤ ਰਹਿੰਦਾ ਹੈ, ਹਰ ਕਦਮ ਪੁੱਟਣ ਤੋਂ ਪਹਿਲਾਂ ਦੇਖਦਾ ਹੈ ਅੱਗੇ ਕੀ ਹੈ, ਹਰ ਸਵਾਸ ਨੂੰ ਬਿਰਥਾ ਨਹੀਂ ਜਾਣ ਦਿੰਦਾ, ਹਰ ਕੰਮ ਸੁਚੇਤ ਹੋ ਕੇ ਕਰਦਾ, ਚੰਗਾ ਕੀ ਮੰਦਾ ਕੀ ਬੁਰਾ ਕੀ ਭਲਾ ਕੀ। ਗਿਆਨੀ ਹੋਏ ਸੋ ਚੇਤਨ ਹੋਏ। ਮਹਾਰਾਜ ਕਹਿੰਦੇ ਜਿਹੜਾ ਗਿਆਨਵਾਨ ਮਨੁੱਖ ਹੈ ਉਹਦੇ ਪ੍ਰੇਮ 'ਚ ਹਰ ਵੇਲੇ ਮਸਤਾਨਾ ਰਹਿੰਦਾ ਹੈ, ਉਹਦੇ ਪ੍ਰੇਮ 'ਚ ਰੰਗਿਆ ਰਹਿੰਦਾ ਹੈ। ਰਹਾਉ ਅਮਲਨ ਸੋ ਅਮਲੀ ਲਪਟਾਇਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਪਰਮੇਸ਼ਰ ਦੇ ਪਿਆਰੇ ਨੂੰ ਪਰਮੇਸ਼ਰ ਦਾ ਨਾਮ ਇਸ ਤਰ੍ਹਾਂ ਪਿਆਰਾ ਲੱਗਦਾ ਹੈ, ਇਸ ਤਰ੍ਹਾਂ ਪਿਆਰਾ ਲੱਗਦਾ ਹੈ ਜਿਵੇਂ ਅਮਲੀ ਬੰਦੇ ਨੂੰ ਅਮਲ ਪਿਆਰਾ ਲੱਗਦਾ ਹੈ, ਜਿਵੇਂ ਨਸ਼ਈ ਬੰਦੇ ਨੂੰ ਨਸ਼ਾ ਪਿਆਰਾ ਲੱਗਦਾ ਹੈ। ਸਾਧ ਸੰਗਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਬੈਠੇ ਹੋਏ ਹਾਂ। ਇਹ ਗੱਲ ਮੈਂ ਕੋਈ ਸ਼ੌਂਕ ਨਾਲ ਨਹੀਂ ਕਰ ਲੱਗਾ, ਇਹ ਗੱਲ ਮੈਂ ਬੜੇ ਦੁਖੀ ਹਿਰਦੇ ਨਾਲ ਕਰ ਲੱਗਾ ਹਾਂ। ਅੱਜ ਪੰਜਾਬ ਦੀ ਧਰਤੀ ਤੇ ਜਿਹੜੇ ਅੰਕੜੇ ਹਨ ਬੜੇ ਖਤਰਨਾਕ ਹਨ। ਕਿਤੇ ਕਿਹਾ ਜਾਂਦਾ ਸੀ ਇੱਥੇ 5 ਦਰਿਆਵਾਂ ਦੀ ਧਰਤੀ, ਅੱਜ ਇੱਥੇ 6ਵਾਂ ਦਰਿਆ ਜਿਹੜਾ ਵਗ ਰਿਹਾ ਉਹ ਨਸ਼ਿਆਂ ਦਾ ਵਗ ਰਿਹਾ ਹੈ। ਮੇਰੇ ਪੈਰਾਂ ਥੱਲੇ ਇੱਕ ਦਿਨ ਜ਼ਮੀਨ ਨਿਕਲ ਗਈ। ਰੱਬ ਕਰੇ ਵੀ ਉਹ ਅੰਕੜਾ ਝੂਠਾ ਹੋਵੇ, ਤੇ ਜੇ ਉਹ ਅੰਕੜਾ ਸੱਚਾ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਗੇ ਅਰਦਾਸ ਕਰੀਏ, ਮਹਾਰਾਜ ਬੌੜੀ ਕਰ, ਮਹਾਰਾਜ ਕਿਰਪਾ ਕਰ। ਅੰਕੜਾ ਪੜ ਕੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਪੰਜਾਬ ਦੀ ਧਰਤੀ ਦਾ ਹਰ ਚੌਥਾ ਨੌਜਵਾਨ ਅੱਜ ਕਿਸੇ ਨਾ ਕਿਸੇ ਨਸ਼ੇ ਦਾ ਆਦੀ। 20 ਕੁੜੀਆਂ ਤੋਂ ਬਾਅਦ 21ਵੀਂ ਕੁੜੀ ਕਿਸੇ ਨਾ ਕਿਸੇ ਨਸ਼ੇ ਦੀ ਆਦੀ ਹੈ। ਮੈਂ ਨਾਮ ਨਹੀਂ ਲੈਣਾ। 4 ਸਾਲ ਪਹਿਲਾਂ ਇੱਕ ਅਖਬਾਰ ਵਿੱਚ ਪਹਿਲੇ ਸਫ਼ੇ ਤੇ ਫੋਟੋ ਲੱਗੀ ਸੀ, ਕਿਵੇਂ 2 ਕੁੜੀਆਂ ਨਸ਼ੇ ਵਿੱਚ ਤੁੱਤ ਹੋ ਕੇ ਸੜਕ ਵਿੱਚ ਡਿੱਗੀਆਂ ਪਈਆਂ। ਮੈਂ ਪੰਜਾਬ ਦੀ ਧਰਤੀ ਦੇ ਨੌਜਵਾਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ, ਅੱਜ 15 ਸਾਲਾਂ ਦੇ ਇਕਲੌਤੇ ਪੁੱਤਰ ਕਬਰਸਤਾਨ ਨੂੰ ਤੁਰੇ ਜਾ ਰਹੇ ਹਨ। ਅੱਜ 18 ਸਾਲਾਂ ਦੇ ਗੱਭਰੂ ਸ਼ਮਸ਼ਾਨ ਘਾਟ ਨੂੰ ਤੁਰੇ ਜਾ ਰਹੇ ਹਨ। ਨਸ਼ੇ ਵੀ ਉਹ ਜਿਨ੍ਹਾਂ ਦਾ ਇਲਾਜ ਪਰਮੇਸ਼ਰ ਦੇ ਹੱਥ ਵਿੱਚ ਹੀ ਹੈ। ਸਾਧ ਸੰਗਤ, ਅਮਰੀਕਾ ਦੇ ਡਾਕਟਰ ਦੀ ਮੈਂ ਇੱਕ ਰਿਪੋਰਟ ਪੜ੍ਹੀ। ਉਹ ਕਹਿੰਦਾ ਜਿਹੜਾ ਨਸ਼ਾ ਹੈ ਸਭ ਤੋਂ ਪਹਿਲਾਂ ਦਿਮਾਗ ਦੇ ਉਸ ਹਿੱਸੇ ਤੇ ਅਸਰ ਕਰਦਾ ਜਿੱਥੋਂ ਅਕਲ ਬੁੱਧ ਪੈਦਾ ਹੁੰਦੀ ਹੈ। ਦਿਮਾਗ ਦੇ ਉਸ ਹਿੱਸੇ ਨੂੰ ਮਦਹੋਸ਼ ਕਰ ਦਿੰਦਾ ਹੈ। ਦਿਮਾਗ ਦਾ ਉਹ ਹਿੱਸਾ ਸੋਚਣ ਦੇ ਕਾਬਲ ਨਹੀਂ ਰਹਿੰਦਾ।
ਨਸ਼ੇ ਦਾ ਸਭ ਤੋਂ ਪਹਿਲਾ ਹਮਲਾ ਉੱਥੇ ਹੁੰਦਾ ਜਿੱਥੇ ਦਿਮਾਗ ਵਿੱਚੋਂ ਸੋਚ ਪੈਦਾ ਹੁੰਦੀ ਹੈ। ਵੇਖੋ ਡਾਕਟਰਾਂ ਨੂੰ ਅੱਜ ਪਤਾ ਲੱਗਾ ਵੀ ਨਸ਼ਾ ਸਭ ਤੋਂ ਪਹਿਲਾ ਹਮਲਾ ਕਿੱਥੇ ਕਰਦਾ। ਸਦੀਆਂ ਸਾਲ ਪਹਿਲਾਂ ਗੁਰਦੇਵ ਕਹਿ ਗਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣ ਨਹੀਂ, ਖਸਮੋ ਤੱਕੇ ਖਾਏ। ਪਰ ਸਾਧ ਸੰਗਤ ਖਿਮਾ ਕਰਨੀ, ਜਦੋਂ ਕਿਸੇ ਦਾ ਮੁੰਡਾ ਨਸ਼ਾ ਕਰਦਾ ਹੋਏ ਨਾ, ਅਸੀਂ ਕਹਿੰਦੇ ਆ ਗੋਲੀਆਂ ਖਾਂਦਾ ਫਲਾਣੇ ਦਾ ਮੁੰਡਾ, ਉਹ ਕੈਪਸੂਲ ਖਾਂਦਾ ਫਲਾਣੇ ਦਾ ਮੁੰਡਾ, ਉਹ ਫਲਾਣੇ ਦਾ ਮੁੰਡਾ ਸਮੈਕ ਪੀਣ ਲੱਗ ਪਿਆ। ਭਾਈ ਵੀਰ ਸਿੰਘ ਕਹਿੰਦੇ ਨੇ, ਓਏ ਦੁਨੀਆ ਦੇ ਲੋਕੋ ਯਾਦ ਰੱਖੋ, ਜਿਹੜੀ ਅੱਗ ਪਿੰਡ ਦੇ ਦੂਜੇ ਪਾਸੇ ਲੱਗੀ ਹੈ, ਉਹ ਅੱਗ ਬਲਦੀ ਬਲਦੀ ਤੁਹਾਡੇ ਘਰ ਤੱਕ ਵੀ ਪਹੁੰਚ ਸਕਦੀ। ਜਿਸ ਅੱਗ ਵਿੱਚ ਦੂਜੇ ਪਾਸੇ ਦਾ ਕਿਸੇ ਦਾ ਪੁੱਤਰ ਸੜ ਰਿਹਾ, ਉਸ ਅੱਗ ਵਿੱਚ ਤੇਰਾ ਪੁੱਤਰ ਵੀ ਸੜ ਸਕਦਾ ਹੈ। ਹੋਵੋ ਸਾਰੇ ਇਕੱਠੇ ਬੁਝਾਓ ਇਸ ਨਸ਼ਿਆਂ ਦੀ ਅੱਗ ਨੂੰ। ਮੈਂ ਇੱਕ ਵਿਦਵਾਨ ਦਾ ਬਚਨ ਪੜਿਆ, ਉਹ ਕਹਿੰਦਾ, ਜਦੋਂ ਇਹ ਨਸ਼ੇ ਸਾਡੇ ਸ਼ਹਿਰ ਵਿੱਚ ਆਏ ਮੈਂ ਚੁੱਪ ਸੀ ਕਿ ਸਾਨੂੰ ਕੀ ਲੱਗੇ, ਨਸ਼ਾ ਵਿਕਦਾ ਸ਼ਹਿਰ ਵਿੱਚ। ਜਦੋਂ ਇਹ ਨਸ਼ੇ ਸਾਡੇ ਸ਼ਹਿਰ ਵਿੱਚ ਆਏ ਮੈਂ ਚੁੱਪ ਸੀ, ਜਦੋਂ ਇਹ ਨਸ਼ੇ ਸਾਡੇ ਪਿੰਡ ਵਿੱਚ ਆਏ ਮੈਂ ਚੁੱਪ ਸੀ, ਸਾਨੂੰ ਕੀ ਲੱਗੇ। ਜਦੋਂ ਇਹ ਨਸ਼ੇ ਮੇਰੇ ਮਹੱਲੇ ਵਿੱਚ ਆਏ ਮੈਂ ਚੁੱਪ ਸੀ, ਜਦੋਂ ਇਹ ਨਸ਼ੇ ਮੇਰੇ ਗੁਆਂਢ ਵਿੱਚ ਆਏ ਮੈਂ ਚੁੱਪ ਸੀ, ਪਰ ਜਦੋਂ ਇਹ ਨਸ਼ੇ ਮੇਰੇ ਘਰ ਵਿੱਚ ਆਏ ਫਿਰ ਜ਼ਮਾਨਾ ਚੁੱਪ ਸੀ। ਜਦੋਂ ਮੈਂ ਕਹਿੰਦਾ ਮੈਨੂੰ ਕੀ ਲੱਗੇ, ਜਦੋਂ ਮੇਰਾ ਪੁੱਤਰ ਨਸ਼ੇ ਵਿੱਚ ਫਸ ਜਾਏ, ਉਸ ਵੇਲੇ ਲੋਕ ਵੀ ਇਹੀ ਗੱਲ ਕਹਿੰਦੇ ਹਨ, ਸਾਨੂੰ ਕੀ ਲੱਗੇ। ਭਾਈ ਅੱਗ ਲੱਗੀ ਹੋਈ ਹੈ, ਉਹ ਸਾਰੇ ਰਲ ਮਿਲ ਕੇ, ਪਿੰਡਾਂ ਦੇ ਮੋਹਤਬਰ, ਧਾਰਮਿਕ, ਰਾਜਨੀਤਿਕ ਲੋਕ ਸਾਰੇ ਰਲ ਮਿਲ ਕੇ ਭਾਈ ਇਸ ਅੱਗ ਨੂੰ ਬੁਝਾਈਏ। ਮਹਾਰਾਜ ਕਹਿੰਦੇ ਨੇ, ਭਾਈ ਅਮਲਨ ਸਿਓ ਅਮਲੀ ਲਪਟਾਇਓ। ਜਿਵੇਂ ਅਮਲੀ ਬੰਦਾ ਅਮਲ ਵਿੱਚ ਹੀ ਹਰ ਵੇਲੇ ਲਪਟਿਆ ਰਹਿੰਦਾ ਹੈ, ਉਹਦੀ ਸੁਰਤ ਕਿਸੇ ਪਾਸੇ ਨਹੀਂ ਜਾਂਦੀ। ਭੂਮਣ ਭੂਮ ਪਿਆਰੀ, ਜਿਵੇਂ ਜ਼ਮੀਨ ਵਾਲੇ ਨੂੰ ਜ਼ਮੀਨ ਪਿਆਰੀ ਲੱਗਦੀ ਹੈ। ਖੀਰ ਸੰਗ ਬਾਰਕ ਹੈ ਲੀਨਾ, ਜਿਵੇਂ ਬੱਚੇ ਨੂੰ ਦੁੱਧ ਪਿਆਰਾ ਲੱਗਦਾ ਹੈ। ਪ੍ਰਭ ਸੰਤ ਐਸੇ ਹਿਤਕਾਰੀ, ਜਿਵੇਂ ਬੱਚੇ ਨੂੰ ਦੁੱਧ ਪਿਆਰਾ ਲੱਗਦਾ ਹੈ, ਅਮਲੀ ਨੂੰ ਅਮਲ ਪਿਆਰਾ ਲੱਗਦਾ ਹੈ। ਜ਼ਮੀਨ ਜਾਇਦਾਦ ਵਾਲੇ ਨੂੰ ਜ਼ਮੀਨ ਹੀ ਪਿਆਰੀ ਲੱਗਦੀ। ਹਰ ਵੇਲੇ ਅਰਦਾਸਾਂ ਕਰਦਾ, ਮਹਾਰਾਜ ਆ ਜਿਹੜਾ ਮੇਰਾ ਗਵਾਂਢੀ ਆ ਨਾ, ਇਹਦੇ ਵਿੱਚ 4 ਸਿਆਰ ਮੇਰੇ ਕੋਲ ਹੀ ਆ ਜਾਣ, ਇਹਦੀ ਪੈਲੀ ਵੀ ਮੇਰੇ ਕਬਜ਼ੇ ਵਿੱਚ ਆ ਜਾਏ। ਮਹਾਰਾਜ ਕਹਿੰਦੇ, ਜਿਵੇਂ ਜ਼ਮੀਨ ਵਾਲੇ ਨੂੰ ਜ਼ਮੀਨ ਪਿਆਰੀ ਲੱਗਦੀ, ਛੋਟੇ ਬੱਚੇ ਨੂੰ ਦੁੱਧ ਪਿਆਰਾ ਲੱਗਦਾ, ਪ੍ਰਭੂ ਦੇ ਪਿਆਰਿਆਂ ਦਾ ਪਰਮੇਸ਼ਰ ਨਾਲ ਇਸ ਤਰ੍ਹਾਂ ਦਾ ਹੀ ਪਿਆਰ ਹੈ। ਵਿਦਿਆ ਮਹਿ ਵਿਦ ਅੰਸੀ ਰਚਿਆ, ਹਜ਼ੂਰ ਆਖਣ ਲੱਗੇ, ਜਿਵੇਂ ਵਿਦਵਾਨ ਬੰਦਾ ਹਰ ਵੇਲੇ ਵਿਦਿਆ ਵਿੱਚ ਹੀ ਰਚਿਆ ਰਹਿੰਦਾ, ਮੇਰਾ ਗਿਆਨ ਵੱਧ ਜੇ, ਗਿਆਨ ਵੱਧ ਜਾਏ। ਨੈਣ ਦੇਖ ਸੁਖ ਪਾਵਹਿ, ਜਿਵੇਂ ਸਾਡੀਆਂ ਅੱਖਾਂ ਸੰਸਾਰ ਨੂੰ ਦੇਖ ਕੇ ਬੜਾ ਸੁਖ ਪ੍ਰਤੀਤ ਕਰਦੀਆਂ ਹਨ। ਜੈਸੇ ਰਸਨਾ ਸਾਧ ਲੁਭਾਨੀ, ਹਜ਼ੂਰ ਕਹਿੰਦੇ ਨੇ, ਜਿਵੇਂ ਇਹ ਸਾਡੀ ਰਸਨਾ ਸਵਾਦਾਂ ਵਿੱਚ ਮਸਤ ਰਹਿੰਦੀ ਹੈ, ਲੁਭਾਏ ਮਾਣ ਰਹਿੰਦੀ ਹੈ। ਕਿਉ ਹਰ ਜਨ ਹਰ ਗੁਣ ਗਾਵਹਿ। ਮਹਾਰਾਜ ਆਖਣ ਲੱਗੇ, ਜਿਵੇਂ ਵਿਦਵਾਨ ਬੰਦਾ ਹਰ ਵੇਲੇ ਵਿਦਿਆ ਵਾਲੇ ਪਾਸੇ ਧਿਆਨ ਦੇਈ ਰੱਖਦਾ ਹੈ, ਜਿਸ ਤਰ੍ਹਾਂ ਸਾਡੀ ਰਸਨਾ ਸਵਾਦਾਂ ਵਿੱਚ ਮਸਤ ਰਹਿੰਦੀ ਹੈ, ਇਸੇ ਤਰ੍ਹਾਂ ਪਰਮੇਸ਼ਰ ਦਾ ਸੇਵਕ ਹਰ ਵੇਲੇ ਉਹਦੇ ਗੁਣ ਹੀ ਗਾਉਂਦਾ ਰਹਿੰਦਾ ਹੈ। ਜੈਸੀ ਭੂਖ ਤੈਸੀ ਕਾ ਪੂਰਕ, ਮਹਾਰਾਜ ਕਹਿੰਦੇ ਨੇ, ਮੇਰਾ ਮਾਲਕ ਏਡਾ ਬੇਅੰਤ ਹੈ, ਏਡਾ ਬੇਅੰਤ ਹੈ, ਸਾਰੀਆਂ ਦੇ ਇਸ਼ਾਵਾਂ ਪੂਰੀਆਂ ਕਰਨ ਵਾਲਾ। ਜਿਹੋ ਜੀ ਕੋਈ ਭੁੱਖ ਲੈ ਕੇ ਆਵੇ, ਮੇਰਾ ਮਾਲਕ ਉਸ ਤਰ੍ਹਾਂ ਦੀ ਉਹਦੀ ਭੁੱਖ ਦੂਰ ਕਰਦਾ ਹੈ। ਸਗਲ ਕਟਾ ਕਾ ਸੁਆਮੀ, ਮਹਾਰਾਜ ਆਖਣ ਲੱਗੇ, ਮੇਰਾ ਮਾਲਕ ਸਾਰੇ ਹਿਰਦਿਆਂ ਦੀ ਜਾਣਨ ਵਾਲਾ ਹੈ। ਸਾਧ ਸੰਗਤ ਮੈਂ ਸਮਾਪਤੀ ਕਰਾਂ, ਰੱਬ ਸਾਰਿਆਂ ਦੀ ਇੱਛਾ ਪੂਰੀ ਕਰਦਾ ਹੈ। ਕੈਨੇਡਾ ਵਿੱਚ ਇੱਕ ਸਰਦਾਰ ਜੀ ਮਿਲੇ, ਨਾਮ ਕੀ ਲੈਣਾ ਹੁੰਦਾ ਹੈ। ਉਹ ਕਹਿੰਦਾ, ਮੈਂ ਜਿਸ ਸ਼ਹਿਰ ਵਿੱਚ ਰਹਿੰਦਾ ਸਾਂ, ਪੰਜਾਬ ਦੀ ਧਰਤੀ ਤੇ, ਕਹਿੰਦਾ ਜਿਹੜਾ ਗੁਰਦੁਆਰਾ ਸੀ ਸਾਡਾ ਚੌਂਕ ਦੇ ਕੋਲ ਸੀ, ਚੌਂਕ ਵਿੱਚ ਆਣ ਕੇ ਮਜ਼ਦੂਰ ਖੜੇ ਹੋ ਜਾਂਦੇ ਸਨ। ਇੱਕ ਸਿੱਖ ਮਜ਼ਦੂਰ, ਉਮਰ ਉਹਦੀ 50 ਸਾਲਾਂ ਦੀ ਹੋਏਗੀ, 4 ਦਿਨ ਉਹਨੂੰ ਕੰਮ ਨਾ ਮਿਲਿਆ। ਜਦੋਂ ਉਹਨੂੰ ਕੰਮ ਨਾ ਮਿਲਣਾ, ਉਹਨੇ ਦੁਪਹਿਰ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣਾ, ਲੰਗਰ ਛਕਣਾ, ਘਰ ਤੁਰ ਜਾਣਾ। ਗਰੀਬੀ ਬਹੁਤ ਸੀ, ਮਜ਼ਦੂਰੀ ਕਰਨੀ, ਬੱਚਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ। 4 ਦਿਨ ਉਹਨੂੰ ਕੰਮ ਨਾ ਮਿਲਿਆ। 5ਵੇਂ ਦਿਨ ਐਤਵਾਰ ਸੀ, ਐਤਵਾਰ ਵੀ ਉਹਨੂੰ ਦੁਪਹਿਰ ਤੱਕ ਕੰਮ ਨਾ ਮਿਲਿਆ, ਕਿਸੇ ਨੇ ਮਜ਼ਦੂਰੀ ਵਾਸਤੇ ਨਾ ਖੜਿਆ। ਉਹ ਫਿਰ ਗਰੀਬ ਬੜਾ ਸਿੱਖ ਗੁਰਦੁਆਰਾ ਸਾਹਿਬ ਆਇਆ। ਉਹ ਸਰਦਾਰ ਜੀ ਕਹਿੰਦੇ, ਸੰਗਤ ਜੁੜੀ ਹੋਈ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੋ ਰਿਹਾ ਸੀ।
ਜਦੋਂ ਉਹ ਵਿਚਾਰਾ ਸਰਦਾਰ ਮਜ਼ਦੂਰ ਅੰਦਰ ਆਇਆ, ਰਾਗੀ ਸੰਕੀਰਤਨ ਕਰ ਰਹੇ ਸਨ ਇਸ ਸ਼ਬਦ ਦਾ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਂ ਫਿਰੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਗਲੇ ਪਾਸੇ ਖੜੇ ਹੋ ਕੇ ਇਸ ਬਜ਼ੁਰਗ ਨੇ, ਇਸ ਸਰਦਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗੇ ਤਰਲਾ ਲੈ ਕੇ ਆਖਿਆ, ਹੈ ਸੱਚੇ ਪਾਤਸ਼ਾਹ। ਏਡਾ ਪਿਆਰ ਵਿੱਚ ਮਸਤ ਹੋਇਆ, ਇਹਨੂੰ ਭੁੱਲ ਹੀ ਗਿਆ ਵੀ ਸੰਗਤ ਬੈਠੀ ਹੈ। ਉੱਚੀ ਸਾਰੀ ਆਵਾਜ਼ ਵਿੱਚ ਆਖਣ ਲੱਗਾ, ਹੈ ਸੱਚੇ ਪਾਤਸ਼ਾਹ, ਅੱਜ 5ਵਾਂ ਦਿਨ ਹੈ, ਮਹਾਰਾਜ ਕੰਮ ਨਹੀਂ ਮਿਲਿਆ। ਮਹਾਰਾਜ ਕੱਲ ਦੀ ਬੱਚਿਆਂ ਨੂੰ ਰੋਟੀ ਨਹੀਂ ਮਿਲੀ। ਮਹਾਰਾਜ ਅੱਜ 5ਵਾਂ ਦਿਨ ਆ, ਕੰਮ ਤੇ ਨਹੀਂ ਮਿਲਿਆ। ਪਰ ਆ ਜਿਹੜੇ ਤੇਰੇ ਰਾਗੀ ਸ਼ਬਦ ਪੜ੍ਹਦੇ ਨੇ, ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਂ ਫਿਰੀ, ਉੱਚੀ ਸਾਰੀ ਆਵਾਜ਼ ਵਿੱਚ ਆਖਣ ਲੱਗਾ, ਹੈ ਸੱਚੇ ਪਾਤਸ਼ਾਹ ਬਾਬਾ ਨਾਨਕਾ, ਕੰਮ ਦੇਣਾ ਨਾ ਦੇਣਾ ਇਹ ਤੇਰੀ ਮਰਜ਼ੀ ਹੈ, ਪਰ ਚੱਲ ਕਿਤੇ ਉਹ ਅੱਖੀਆਂ ਦੇ ਛੱਡ ਜਿੰਨਾ ਅੱਖਾਂ ਨਾਲ ਉਹ ਰੱਬ ਵਿਖਾਈ ਦਿੰਦਾ ਹੈ। ਕਹਿੰਦੇ ਨੇ ਇੰਨੀ ਗੱਲ ਕਹਿਣ ਦੀ ਦੇਰ ਹੋਈ, ਉਹਦੇ ਅੰਦਰੋਂ ਨਾਮ ਦੇ ਝਰਨੇ ਫੁੱਟ ਪਏ। ਪਰਮੇਸ਼ਰ ਦਾ ਜਲਵਾ ਆ ਯਾਰ ਨੂੰ ਯਾਰਨਾ, ਇਹ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਐਸੇ ਨਾਮ ਦੇ ਝਰਨੇ ਫੁੱਟ ਪਏ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਕਹਿੰਦੇ ਨੇ ਫਿਰ ਇਹਦਾ ਸਰੀਰ ਹਿੱਲ ਗਿਆ, ਨਾਮ ਦੇ ਝਰਨੇ ਫੁੱਟ ਪਏ। ਕੀਰਤਨ ਬੰਦ ਕਰਕੇ ਸਾਰੀ ਸੰਗਤ ਉਹਦੇ ਪਿੱਛੇ ਵਾਹਿਗੁਰੂ 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 ਕਰ ਲੱਗ ਪਈ। ਆਖੀਰ ਤੇ ਫਿਰ ਲੋਕ ਉਹਦੇ ਪਿੱਛਾ ਨਾ ਛੱਡਣ, ਫਿਰ ਉਹ ਸ਼ਹਿਰ ਛੱਡ ਕੇ ਚਲਾ ਗਿਆ। ਸਾਧ ਸੰਗਤ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਮੇਰਾ ਮਾਲਕ ਸਾਰਿਆਂ ਦੀ ਭੁੱਖ ਦੂਰ ਕਰਨ ਵਾਲਾ, ਜਿਹੋ ਜੀ ਕੋਈ ਭੁੱਖ ਲੈ ਕੇ ਆਵੇ ਉਸ ਤਰ੍ਹਾਂ ਦੀ ਭੁੱਖ ਦੂਰ ਕਰਦਾ ਹੈ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਹਜ਼ੂਰ ਆਖਣ ਲੱਗੇ ਇਸ ਨਾਨਕ ਨੂੰ ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਸੀ। ਪ੍ਰਭ ਮਿਲਿਆ ਅੰਤਰ ਜਾਮੀ, ਹਜ਼ੂਰ ਆਖਣ ਲੱਗੇ ਇਸ ਨਾਨਕ ਦਾਸ ਨੂੰ ਉਹਦੇ ਦਰਸ਼ਨਾਂ ਦੀ ਪਿਆਸ ਲੱਗੀ ਸੀ। ਇਸ ਨਾਨਕ ਨੂੰ ਉਸ ਪਰਮੇਸ਼ਰ ਦਾ ਮਿਲਾਪ ਹੋ ਗਿਆ ਜਿਹੜਾ ਦਿਲਾਂ ਦੀਆਂ ਜਾਣਨਹਾਰ ਹੈ। ਪੁੱਲ ਚੁੱਕ ਦੀ ਖਿਮਾ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਸਾਰੇ ਸਿੰਘ ਸਹਿਬਾਨਾਂ ਜੀ ਦਾ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ। ਖਾਸ ਤੌਰ ਤੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਦਾ ਧੰਨਵਾਦ। ਗੁਰੂ ਕੇ ਸੰਗਤਾਂ ਦਾ ਧੰਨਵਾਦ। ਆਸ਼ੀਰਵਾਦ ਦਾ ਬਖਸ਼ਿਸ਼ ਕਰਨੀਆਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਕਤੀ ਸਰਵਣ ਕਰੀਏ ਜੀ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।